ਨਾਵਲ ਇੱਕ ਮਿਆਨ ਦੋ ਤਲਵਾਰਾਂ, ਨਾਵਲਕਾਰ ਨਾਨਕ ਸਿੰਘ, ਦੂਜੇ ਭਾਗ ਦਾ 15ਵਾਂ ਕਾਂਡ। ਚੱਬੇ ਦੇ ਡਾਕੇ ਵੇਲੇ ਜਿਸ ਕਾਲਾ ਸਿੰਘ ਲਾਹੌਰ ਨੂੰ ਇਨਕਲਾਬੀਆਂ ਨੇ ਆਪਣੇ ਨਾਲ ਖੜਿਆ ਸੀ ਤੇ ਜਿਹੜਾ ਪਿੰਡ ਦੇ ਲੋਕਾਂ ਨੇ ਫੜ ਲਿਆ ਸੀ, ਇਸੇ ਬੰਦੇ ਪਾਸੋਂ ਪੁਲਿਸ ਨੂੰ ਮੁੱਢਲੀ ਤੇ ਸਭ ਤੋਂ ਬਾਹਲੀ ਮਦਦ ਮਿਲੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦ ਤੋਂ ਇਨਕਲਾਬੀਆਂ ਨੇ ਦੇਸ਼ ਵਿੱਚ ਆਉਣਾ ਸ਼ੁਰੂ ਕੀਤਾ, ਉਦੋਂ ਤੋਂ ਹੀ ਪੰਜਾਬ ਦੀ ਪੁਲਿਸ ਹੱਥ ਝਾੜ ਕੇ ਉਹਨਾਂ ਦੇ ਮਗਰ ਪਈ ਹੋਈ ਸੀ। ਪਰ ਅਜੇ ਤੱਕ ਵੀ ਛੋਟੀ ਮੋਟੀ ਜਾਣਕਾਰੀ ਤੋਂ ਪੁਲਿਸ ਨੂੰ ਪਾਰਟੀ ਦੇ ਅੰਦਰੂਨੀ ਮਨਸੂਬਿਆਂ ਬਾਰੇ ਕੁਝ ਪਤਾ ਨਹੀਂ ਸੀ ਲੱਗ ਸਕਿਆ, ਜਿਸ ਦਾ ਅਰਥ ਸਾਫ਼ ਸੀ ਕਿ ਭੇਦ ਲੁਕਾਉਣ ਦਾ ਇਨਕਲਾਬੀ ਢੰਗ ਪੂਰੀ ਕਾਮਯਾਬੀ ਨਾਲ ਚੱਲ ਰਿਹਾ ਸੀ। ਗਦਰ ਤਾਰੀਖ ਨੀਅਤ ਹੋ ਚੁੱਕੀ ਸੀ ਤੇ ਇਸੇ ਕੰਮ ਦੇ ਨਿਪਰੇ ਚੜ੍ਹਨ ਵਿੱਚ 2-3 ਦਿਨ ਹੀ ਬਾਕੀ ਸਨ। ਪਰ ਅਜੇ ਤੱਕ ਵੀ ਪੰਜਾਬ ਦੀ ਪੁਲਿਸ ਇਸ ਬੰਨਿਓਂ ਹਨੇਰੇ ਵਿੱਚ ਹੀ ਸੀ। ਇਤਨਾ ਤਾਂ ਉਹ ਜਾਣਦੀ ਸੀ ਕਿ ਵਿਦੇਸ਼ਾਂ ਤੋਂ ਆਏ ਹੋਏ ਇਹ ਆਦਮੀ ਕੋਈ ਨਾ ਕੋਈ ਬਖੇੜਾ ਖੜਾ ਕਰਨਾ ਚਾਹੁੰਦੇ ਨੇ, ਪਰ ਇਤਨੀ ਜਲਦੀ ਗਦਰ ਦਾ ਦਿਨ ਵੀ ਨੀਅਤ ਹੋ ਗਿਆ, ਇਹ ਗੱਲ ਵੱਡੇ ਤੋਂ ਵੱਡੇ ਪੁਲਿਸ ਅਫਸਰ ਦੇ ਗੁਮਾਨ ਵਿੱਚ ਵੀ ਨਹੀਂ ਸੀ। ਪੰਜਾਬ ਦਾ ਸੁਪਰਡੈਂਟ ਪੁਲਿਸ ਲਿਆਕਤ ਹਯਾਤ ਖਾਂ ਇਨੀ ਦਿਨੀ ਇਨਕਲਾਬੀਆਂ ਦੀ ਸਰਕੋਬੀ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਸੀ। ਪਰ ਜਦ ਤੀਕ ਇਨਕਲਾਬੀਆਂ ਦੇ ਕਿਸੇ ਠੋਸ ਪ੍ਰੋਗਰਾਮ ਦੀ ਜਾਣਕਾਰੀ ਉਸਦੇ ਹੱਥ ਵਿੱਚ ਨਾ ਆਵੇ, ਤਦ ਤੀਕ ਕਿਵੇਂ ਉਹ ਉਹਨਾਂ ਨੂੰ ਹੱਥ ਪਾ ਸਕਦਾ ਸੀ। ਉੱਪਰੋਂ ਪੰਜਾਬ ਦੇ ਗਵਰਨਰ ਮਾਈਕਲ ਅਡਵਾਇਰ ਨੇ ਉਸ ਦਾ ਕਾਫੀਆ ਤੰਗ ਕਰ ਰੱਖਿਆ ਸੀ ਕਿ ਬਾਗੀਆਂ ਨੂੰ ਕਾਬੂ ਕਰਨ ਵਿੱਚ ਐਡੀ ਢਿੱਲ ਕਿਉਂ ਕੀਤੀ ਜਾ ਰਹੀ ਹੈ। ਇਹਨਾਂ ਹੀ ਦਿਨਾਂ ਵਿੱਚ ਚੱਬਾ ਡਕੈਤੀ ਕੇਸ ਉਸ ਦੇ ਸਾਹਮਣੇ ਆਇਆ, ਜਿਸ ਵਿਚਾਲੇ ਕਾਲਾ ਸਿੰਘ ਲਾਹੌਰ ਦਾ ਇਕਬਾਲੀਆ ਬਿਆਨ ਉਸ ਦੀ ਦ੍ਰਿਸ਼ਟੀਗੋਚਰ ਹੋਇਆ, ਜਿਸ ਦੀ ਮਦਦ ਨਾਲ ਲਿਆਕਤ ਹਯਾਤ ਖਾਂ ਨੂੰ ਬਹੁਤ ਕੁਝ ਜਾਣਕਾਰੀ ਪ੍ਰਾਪਤ ਹੋਈ। ਪਰ ਇਹ ਮਦਦ ਤਦ ਤੱਕ ਕੁਝ ਨਹੀਂ ਸੀ ਸਾਰ ਸਕਦੀ ਜਦ ਤੱਕ ਇਨਕਲਾਬੀਆਂ ਦਾ ਕੋਈ ਬੰਦਾ ਖਰੀਦ ਕੇ ਪਾਰਟੀ ਅੰਦਰ ਦਾਖਲ ਨਾ ਕੀਤਾ ਜਾਵੇ। ਚੱਬੇ ਦਾ ਜ਼ੈਲਦਾਰ ਬੇਲਾ ਸਿੰਘ ਉਨੀ ਦਿਨੀ ਇਸ ਮਾਮਲੇ ਵਿੱਚ ਪੁਲਿਸ ਦੀ ਸੱਜੀ ਬਾਂਹ ਬਣਿਆ ਹੋਇਆ ਸੀ। ਲਿਆਕਤ ਹਯਾਤ ਉਸੇ ਬੇਲਾ ਸਿੰਘ ਦੀ ਮਦਦ ਨਾਲ ਇੱਕ ਐਸਾ ਬੰਦਾ ਖਰੀਦਣ ਵਿੱਚ ਕਾਮਯਾਬ ਹੋ ਗਿਆ, ਜਿਹੜਾ ਨਾ ਕੇਵਲ ਅਮਰੀਕਾ ਵਿੱਚ ਕਾਫੀ ਚਿਰ ਰਹਿ ਕੇ ਆਇਆ ਸੀ, ਬਲਕਿ ਉੱਘੇ ਇਨਕਲਾਬੀ ਬਲਵੰਤ ਸਿੰਘ ਦਾ ਸਾਲਾ ਹੋਣ ਕਰਕੇ ਇਨਕਲਾਬੀਆਂ ਨਾਲ ਉਸ ਦੀ ਡੂੰਘੀ ਜਾਣ ਪਛਾਣ ਸੀ। ਉਸ ਦਾ ਨਾਂ ਸੀ ਕਿਰਪਾਲ ਸਿੰਘ। ਲਿਆਕਤ ਹਯਾਤ ਨਾਲ ਗੰਢ ਤੁਪ ਕਰਨ ਤੋਂ ਬਾਅਦ ਤਤਫਟ ਹੀ ਕਿਰਪਾਲ ਸਿੰਘ ਪਾਰਟੀ ਵਿੱਚ ਸ਼ਾਮਲ ਹੋ ਗਿਆ। ਆਦਮੀ ਇਤਬਾਰੀ ਹੋਣ ਕਰਕੇ ਸ਼ੱਕ ਸ਼ੁਬੇ ਦਾ ਤਾਂ ਸਵਾਲ ਹੀ ਨਹੀਂ ਸੀ। ਨਤੀਜੇ ਦੇ ਤੌਰ ਤੇ ਥੋੜੇ ਹੀ ਦਿਨਾਂ ਅੰਦਰ ਉਹ ਪਾਰਟੀ ਅੰਦਰਲੇ ਹਰ ਛੋਟੇ ਵੱਡੇ ਭੇਦ ਤੋਂ ਵਾਕਿਫ ਹੋ ਗਿਆ। ਆਦਮੀ ਖੂਬ ਚੱਲਦਾ ਪੁਰਜ਼ਾ ਤੇ ਪੁੱਜ ਕੇ ਗਾਲੜੀ ਸੀ। ਇੱਧਰ ਪਾਰਟੀ ਦੇ ਕੰਮਾਂ ਵਿੱਚ ਸਰਗਰਮੀ ਵਿਖਾਈ ਜਾਂਦਾ, ਉਧਰ ਨਾਲੋਂ ਨਾਲ ਰਿਪੋਰਟਾਂ ਪੁਲਿਸ ਨੂੰ ਦੇਈ ਜਾਂਦਾ। 12 ਫਰਵਰੀ ਨੂੰ ਜਿਹੜੀ ਮੀਟਿੰਗ ਲਾਹੌਰ ਵਿੱਚ ਦਾਦਾ ਦੀ ਪ੍ਰਧਾਨਗੀ ਹੇਠ ਹੋਈ, ਉਹ ਕੁਝ ਵਿਸ਼ੇਸ਼ ਆਦਮੀਆਂ ਦਾ ਇਕੱਠ ਹੋਣ ਕਰਕੇ ਕਿਰਪਾਲ ਸਿੰਘ ਨੂੰ ਉਸ ਵਿੱਚ ਸ਼ਾਮਲ ਨਾ ਕੀਤਾ ਗਿਆ। ਮਗਰੋਂ ਸਾਰੀ ਕਾਰਵਾਈ ਦਾ ਉਸ ਨੂੰ ਪਤਾ ਲੱਗ ਗਿਆ ਤੇ ਉਸ ਨੇ ਗਦਰ ਦੀ ਤਾਰੀਖ 21 ਫਰਵਰੀ ਬਾਰੇ 14 ਤਰੀਕ ਨੂੰ ਪੁਲਿਸ ਵਿੱਚ ਇਤਲਾਹ ਦੇ ਦਿੱਤੀ। ਉਸ ਤੋਂ ਅਗਲੇ ਦਿਨ 15 ਫਰਵਰੀ ਨੂੰ ਉਸ ਨੇ ਲਾਹੌਰ ਦੇ ਇੱਕ ਅੱਡੇ ਤੇ ਜਾ ਕੇ ਵੇਖਿਆ, ਮੋਚੀ ਦਰਵਾਜ਼ੇ ਵਾਲੇ ਮਕਾਨ ਤੇ ਇੱਕ ਗੋਸ਼ਟੀ ਹੋ ਰਹੀ ਸੀ, ਜਿਸ ਵਿੱਚ ਰਾਸ ਬਿਹਾਰੀ ਬੋਸ, ਕਰਤਾਰ ਸਿੰਘ ਸਰਾਭਾ, ਡਾਕਟਰ ਮਥਰਾ ਸਿੰਘ, ਬਾਬੂ ਹਿਰਦੇ ਰਾਮ, ਹਰਨਾਮ ਸਿੰਘ ਟੁੰਡੀਲਾਟ, ਪਰਮਾਨੰਦ ਯੂਪੀ, ਸੱਜਣ ਸਿੰਘ, ਵਿਸ਼ਨੂੰ ਗਣੇਸ਼ ਪਿੰਗਲੇ ਤੇ ਹੋਰ ਬਹੁਤ ਸਾਰੇ ਮੁਖੀਏ ਸ਼ਾਮਲ ਸਨ। ਕਿਰਪਾਲ ਸਿੰਘ ਨੇ ਮੌਕਾ ਪਾ ਕੇ ਉੱਥੋਂ ਖਿਸਕਣ ਦੀ ਕੀਤੀ ਤੇ ਅੰਮ੍ਰਿਤਸਰ ਦੀ ਪੁਲਿਸ ਨੂੰ ਉਸਨੇ ਤਾਰ ਰਾਹੀਂ ਖਬਰ ਦਿੱਤੀ। ਲਾਹੌਰ ਦੀ ਪੁਲਿਸ ਨਾਲ ਉਸਨੇ ਜਾਣ ਕੇ ਸੰਪਰਕ ਨਹੀਂ ਸੀ ਰੱਖਿਆ, ਇੱਦਾਂ ਭੇਦ ਖੁੱਲਣ ਦਾ ਖਤਰਾ ਸੀ। ਪਰ ਤਾਰ ਪਛੜ ਕੇ ਪਹੁੰਚੀ। ਇਸ ਦਾ ਨਤੀਜਾ ਇਹ ਹੋਇਆ ਕਿ ਪੁਲਿਸ ਦੇ ਆਉਂਦਿਆਂ ਤੀਕ ਮੀਟਿੰਗ ਬਰਖਾਸਤ ਹੋ ਚੁੱਕੀ ਸੀ। ਕਿਰਪਾਲ ਸਿੰਘ ਨੇ ਅਗੇਤੇ ਹੀ ਲਾਹੌਰ ਸਟੇਸ਼ਨ ਤੇ ਜਾ ਕੇ ਪੁਲਿਸ ਨੂੰ ਦੱਸ ਦਿੱਤਾ ਕਿ ਮੌਕਾ ਖੁੰਝ ਚੁੱਕਾ ਹੈ। ਅਸਲ ਵਿੱਚ ਨਿਧਾਨ ਸਿੰਘ ਚੁੱਗਾ ਦੀ ਸਿਫਾਰਿਸ਼ ਨਾਲ ਕਿਰਪਾਲ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ, ਪਰ ਇਤਫਾਕ ਦੀ ਗੱਲ ਕਿ ਨਿਧਾਨ ਸਿੰਘ ਨੂੰ ਹੀ ਸਭ ਤੋਂ ਪਹਿਲਾਂ ਉਸ ਉੱਤੇ ਸ਼ੱਕ ਪਿਆ। ਗੱਲ ਇੰਜ ਹੋਈ ਕਿ ਉਸ ਦਿਨ ਪਾਰਟੀ ਨੇ ਕਿਰਪਾਲ ਸਿੰਘ ਦੀ ਡਿਊਟੀ ਮੀਆਂ ਮੀਰ ਛਾਉਣੀ ਦੀ ਲਾਈ ਹੋਈ ਸੀ, ਪਰ ਨਿਧਾਨ ਸਿੰਘ ਨੇ ਉਸ ਨੂੰ ਲਾਹੌਰ ਦੇ ਰੇਲਵੇ ਸਟੇਸ਼ਨ ਤੇ ਫਿਰਦੇ ਤੱਕਿਆ। ਉਸੇ ਘੜੀ ਤੋਂ ਕਿਰਪਾਲ ਸਿੰਘ ਉੱਤੇ ਨਿਗਰਾਨੀ ਰੱਖੀ ਜਾਣ ਲੱਗ ਪਈ ਤੇ ਮਗਰੋਂ ਸਾਬਤ ਹੋ ਗਿਆ ਕਿ ਉਹ ਪੁਲਸੀ ਹਾਕਮਾਂ ਨੂੰ ਮਿਲਦਾ ਗਿਲਦਾ ਸੀ। ਜਦ ਇਸ ਗੱਲ ਬਾਰੇ ਪੂਰੇ ਤੌਰ ਤੇ ਨਿਸ਼ਚਾ ਹੋ ਗਿਆ ਕਿ ਕਿਰਪਾਲ ਸਿੰਘ ਨੇ ਗਦਰ ਦੀ ਤਾਰੀਖ ਬਾਰੇ ਮੁਖਬਰੀ ਕਰ ਦਿੱਤੀ ਹੈ,
ਤਾਂ 16 ਫਰਵਰੀ ਨੂੰ ਇੱਕ ਹੋਰ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਤਾਰੀਖ ਨੂੰ 21 ਤੋਂ ਬਦਲ ਕੇ 19 ਕਰ ਦਿੱਤਾ ਜਾਵੇ, ਅਰਥਾਤ 2 ਦਿਨ ਅਗੇਤਾ। ਅਗਲੀ ਮੀਟਿੰਗ 18 ਤੇ 19 ਫਰਵਰੀ ਨੂੰ ਰੱਖੀ ਗਈ, ਜੋ ਗਦਰ ਦੀ ਅੰਤਿਮ ਤਿਆਰੀ ਲਈ ਸੀ। ਇਸ ਨੂੰ ਇਨਕਲਾਬੀਆਂ ਦੀ ਸਾਦਾਲੋਹੀ ਕਿਹਾ ਜਾਵੇ ਜਾਂ ਦੇਸ਼ ਦੀ ਬਦਕਿਸਮਤੀ ਕਿ ਹਾਲਾਤ ਇਸ ਹੱਦ ਤੱਕ ਵਿਗੜ ਜਾਣ ਤੇ ਵੀ ਉਹਨਾਂ ਨੇ ਗਦਰ ਕਰਾਉਣ ਦਾ ਕ੍ਰਮ ਜਾਰੀ ਰੱਖਿਆ, ਸ਼ਾਇਦ ਇਹ ਖਿਆਲ ਕਰਕੇ ਕਿ 2 ਦਿਨ ਅੱਗੇ ਤਾਂ ਹੀ ਉਹ ਆਪਣਾ ਕੰਮ ਸ਼ੁਰੂ ਕਰਕੇ ਹਕੂਮਤ ਨੂੰ ਚਕਮਾ ਦੇ ਸਕਣਗੇ। ਪਰ ਉਹ ਇਹ ਨਹੀਂ ਜਾਣਦੇ ਸਨ ਕਿ ਗੱਦਾਰ ਕਿਰਪਾਲ ਸਿੰਘ ਇੱਕ ਨਿਸ਼ਾਨੇ ਨਾਲ ਕਈ ਸ਼ਿਕਾਰ ਕਰਨੇ ਜਾਣਦਾ ਸੀ। ਸ਼ੱਕ ਪੈਣ ਤੋਂ ਪਹਿਲਾਂ ਦਾ ਜ਼ਿਕਰ ਹੈ ਕਿ ਪਾਰਟੀ ਨੇ ਕਿਰਪਾਲ ਸਿੰਘ ਜ਼ਿੰਮੇ ਇੱਕ ਖਾਸ ਡਿਊਟੀ ਲਾਈ ਸੀ, ਪਿੰਡ ਦਦੇਹਰ ਦੇ ਇਨਕਲਾਬੀਆਂ ਨੂੰ ਲਾਹੌਰ ਆਉਣ ਬਾਰੇ ਸੁਨੇਹਾ ਪਹੁੰਚਾਉਣ ਦੀ। ਕਿਰਪਾਲ ਸਿੰਘ ਨੇ ਪੁਲਿਸ ਨਾਲ ਮਿੱਥਿਆ ਹੋਇਆ ਸੀ ਕਿ ਉਹ ਦਦੇਹਰ ਤੋਂ 18 ਫਰਵਰੀ ਨੂੰ ਲਾਹੌਰ ਅੱਪੜੇਗਾ, ਪਰ ਉਸ ਨੂੰ ਲਾਹੌਰ ਮੁੜਨ ਵਿੱਚ ਦੇਰ ਹੋ ਗਈ। ਉਹ 18 ਦੀ ਬਜਾਏ 19 ਨੂੰ ਪੁੱਜਾ। 19 ਨੂੰ ਸਵੇਰੇ ਮੋਚੀ ਦਰਵਾਜ਼ੇ ਵਾਲੇ ਮਕਾਨ ਤੇ ਇੱਕ ਮੀਟਿੰਗ ਹੋਣ ਵਾਲੀ ਸੀ, ਜਿਸ ਵਿੱਚ ਮੁਖੀਆਂ ਨੂੰ ਡਿਊਟੀਆਂ ਵੰਡੀਆਂ ਜਾਣੀਆਂ ਸਨ। ਇਸ ਮੀਟਿੰਗ ਬਾਰੇ ਵੀ ਕਿਰਪਾਲ ਸਿੰਘ ਨੂੰ ਇੱਕ ਮੈਂਬਰ ਨੇ ਦੱਸ ਦਿੱਤਾ ਤੇ ਉਹ ਪੁਲਿਸ ਵੱਲ ਭੱਜਾ ਗਿਆ। ਉੱਥੇ ਜਾ ਕੇ ਪੁਲਿਸ ਨਾਲ ਫੈਸਲਾ ਹੋਇਆ ਕਿ ਕਿਰਪਾਲ ਸਿੰਘ ਮਕਾਨ ਵਿੱਚ ਮੌਜੂਦ ਹੋਵੇਗਾ। ਜਿਉਂ ਹੀ ਇਨਕਲਾਬੀ ਇਕੱਠੇ ਹੋਣ, ਉਹ ਕੋਠੇ ਤੇ ਚੜ੍ਹ ਕੇ ਇਸ਼ਾਰਾ ਕਰ ਦੇਵੇਗਾ ਤੇ ਪੁਲਿਸ ਛਾਪਾ ਮਾਰ ਕੇ ਸਾਰੇ ਗਦਰੀਆਂ ਨੂੰ ਫੜ ਲਵੇਗੀ। ਇਸ ਫੈਸਲੇ ਅਨੁਸਾਰ ਸਫੈਦ ਕੱਪੜਿਆਂ ਵਿੱਚ ਪੁਲਿਸ ਲੁਕਵੇਂ ਢੰਗ ਨਾਲ ਮਕਾਨ ਨੂੰ ਘੇਰ ਕੇ ਬੈਠ ਗਈ। ਕਿਰਪਾਲ ਸਿੰਘ ਜਦ ਮੋਚੀ ਦਰਵਾਜ਼ੇ ਵਾਲੇ ਮਕਾਨ ਤੇ ਪੁੱਜਾ ਤਾਂ ਪਾਰਟੀ ਮੈਂਬਰਾਂ ਨੇ ਉਸ ਉੱਤੇ ਸਖਤ ਨਿਗਰਾਨੀ ਸ਼ੁਰੂ ਕਰ ਦਿੱਤੀ। ਉੱਚਰ ਤੱਕ ਪਾਰਟੀ ਦਾ ਯਕੀਨ ਸੀ ਕਿ ਕਿਰਪਾਲ ਸਿੰਘ ਨੂੰ ਗਦਰ ਦੀ ਬਦਲੀ ਹੋਈ ਤਾਰੀਖ ਬਾਰੇ ਕੋਈ ਪਤਾ ਨਹੀਂ ਤੇ ਸੱਚੋ ਹੀ ਉਸ ਨੂੰ ਕੋਈ ਪਤਾ ਨਹੀਂ ਸੀ, ਜਿਸ ਕਰਕੇ ਪੁਲਿਸ ਜਾਂ ਹਕੂਮਤ ਵੀ ਇਸ ਪ੍ਰੋਗਰਾਮ ਤੋਂ ਬੇਖਬਰ ਸੀ। ਪਰ ਗੱਲ ਕੁਝ ਉਲਟੀ ਹੀ ਬਣ ਗਈ। ਕਿਰਪਾਲ ਸਿੰਘ ਨੇ ਆਪਣੀ ਚੁਸਤੀ ਚਲਾਕੀ ਦੀ ਮਦਦ ਨਾਲ ਇੱਕ ਸਾਦੇ ਮੈਂਬਰ ਪਾਸੋਂ ਭੇਦ ਕੱਢ ਲਿਆ ਸੀ ਤੇ ਉਸਨੇ ਕਿਸੇ ਨਾ ਕਿਸੇ ਜੁਗਤ ਨਾਲ ਇਹ ਖਬਰ ਵੀ ਪੁਲਿਸ ਤੱਕ ਪਹੁੰਚਾ ਦਿੱਤੀ, ਜਿਸ ਦਾ ਨਤੀਜਾ ਹੋਇਆ ਕਿ ਹਕੂਮਤ ਨੇ ਤੁਰਤ ਸਾਰੀਆਂ ਪੇਸ਼ਬੰਦੀਆਂ ਕਰ ਲਈਆਂ। ਮੋਚੀ ਦਰਵਾਜ਼ੇ ਵਾਲੇ ਮਕਾਨ ਉੱਤੇ ਪੁਲਿਸ ਨੇ ਸ਼ਾਮ ਦੇ 4:30 ਵਜੇ ਛਾਪਾ ਮਾਰਿਆ, ਪਰ ਉੱਚਰ ਤੀਕ ਸਾਰੇ ਇਨਕਲਾਬੀ ਪਤਾ ਨਹੀਂ ਕਿਹੜੇ ਰਸਤੇ ਉੱਥੋਂ ਗਾਇਬ ਹੋ ਚੁੱਕੇ ਸਨ। ਕਿਰਪਾਲ ਸਿੰਘ ਤਾਂ ਪਹਿਲਾਂ ਹੀ ਜਾਨ ਬਚੀ ਲੱਖੋਂ ਪਾਏ ਖਿਆਲ ਕਰਕੇ ਉੱਡ ਗਿਆ ਸੀ। ਮਕਾਨ ਦੀ ਤਲਾਸ਼ੀ ਵਿੱਚੋਂ ਜਿਹੜੇ ਕਾਗਜ਼ ਪੱਤਰ ਪੁਲਿਸ ਨੂੰ ਮਿਲੇ, ਉਹਨਾਂ ਦੇ ਆਧਾਰ ਤੇ ਹਕੂਮਤ ਨੇ ਸ਼ਾਮ ਦੇ 6 ਵਜਦਿਆਂ ਤੀਕ ਹਰ ਪਾਸੇ ਤਾਰਾਂ ਖੜਕਾ ਦਿੱਤੀਆਂ। ਕਾਗਜ਼ਾਂ ਵਿੱਚੋਂ ਕਾਫੀ ਵਾਕਫੀ ਮਿਲੀ, ਜਿਵੇਂ ਗਦਰ ਦਾ ਪਲਾਨ ਬਣਾਇਆ ਹੋਇਆ ਸੀ। ਸਭ ਤੋਂ ਬਹੁਤੀ ਚੌਕਸੀ ਛਾਉਣੀਆਂ ਵਿੱਚ ਵਰਤੀ ਗਈ। ਮੀਆਂ ਮੀਰ ਦੀ ਪਲਟਨ ਨੂੰ ਸ਼ਾਮ ਦੇ 7 ਵਜੇ ਫਾਲ ਇਨ ਕਰਵਾ ਦਿੱਤਾ ਗਿਆ। ਮੁੱਲਾ ਸਿੰਘ, ਜਿਸ ਦੀ ਡਿਊਟੀ ਮੀਆਂ ਮੀਰ ਛਾਉਣੀ ਉੱਤੇ ਸੀ, ਮੌਕੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ। ਪਾਰਟੀ ਵੱਲੋਂ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਸੀ ਕਿ ਜਿਉਂ ਹੀ ਮੀਆਂ ਮੀਰ ਛਾਉਣੀ ਤੋਂ ਠੀਕ ਰਾਤ ਦੇ 12 ਵਜੇ ਗਦਰ ਦਾ ਸਿਗਨਲ ਹੋਵੇ, ਇਸ ਦੇ ਹੁੰਦਿਆਂ ਹੀ ਸਾਰੇ ਸਿਪਾਹੀ ਤੇ ਦੇਸੀ ਅਫਸਰ ਅੰਗਰੇਜ਼ੀ ਅਫਸਰਾਂ ਉੱਤੇ ਟੁੱਟ ਪੈਣ। ਉਹਨਾਂ ਦਾ ਸਫਾਇਆ ਕਰਨ ਤੋਂ ਬਾਅਦ ਮੈਗਜ਼ੀਨ ਗਦਰ ਪਾਰਟੀ ਦੇ ਕਬਜ਼ੇ ਵਿੱਚ ਦੇ ਦੇਣ। ਫਿਰੋਜ਼ਪੁਰ ਬਾਰੇ ਇਹ ਫੈਸਲਾ ਸੀ ਕਿ ਉਪਰੋਕਤ ਦੋਵੇਂ ਕੰਮ ਕਰ ਚੁੱਕਣ ਤੋਂ ਬਾਅਦ ਸਾਰੇ ਫੌਜੀ ਲਾਹੌਰ ਵੱਲ ਮਾਰਚ ਕਰ ਦੇਣ, ਰੇਲਾਂ ਰਾਹੀਂ ਜਾਂ ਪੈਦਲ, ਜਿਵੇਂ ਵੀ ਸੰਭਵ ਹੋ ਸਕੇ। ਇਹੋ ਸਿਗਨਲ ਸੁਣ ਕੇ ਸਾਰੇ ਪੰਜਾਬ, ਸੂਬਾ ਸਰਹੱਦ ਤੇ ਦੂਸਰੇ ਸੂਬਿਆਂ ਦੀਆਂ ਛਾਉਣੀਆਂ ਆਪੋ ਆਪਣਾ ਕੰਮ ਸ਼ੁਰੂ ਕਰ ਦੇਣ। ਤਾਲਮੇਲ ਕਾਇਮ ਰੱਖਣ ਜਾਂ ਸਭਨੀ ਥਾਈਂ ਇੱਕੋ ਵੇਲੇ ਸਿਗਨਲ ਦਾ ਪ੍ਰਬੰਧ ਮੁਕੰਮਲ ਕਰ ਲਿਆ ਸੀ। 19 ਤਰੀਕ ਦੀ ਕਾਰਵਾਈ ਸ਼ੁਰੂ ਹੋਣ ਤੋਂ 5-6 ਘੰਟੇ ਪਹਿਲਾਂ ਸ਼ਾਮ ਦੇ 6-7 ਵਜੇ ਤੋਂ ਹੀ ਇਨਕਲਾਬੀਆਂ ਦੀਆਂ ਟੋਲੀਆਂ ਮਿੱਥੀਆਂ ਹੋਈਆਂ ਥਾਵਾਂ ਤੇ ਪਹੁੰਚਣੀਆਂ ਸ਼ੁਰੂ ਹੋ ਗਈਆਂ। ਗਦਰੀਆਂ ਤੋਂ ਛੁੱਟ ਪੇਂਡੂ ਲੋਕਾਂ ਦੀਆਂ ਵੀ ਕਈ ਪਾਰਟੀਆਂ ਜਾਂ ਤਾਂ ਇਸ ਵੇਲੇ ਤੱਕ ਆਪੋ ਆਪਣੇ ਠਿਕਾਣੇ ਪਹੁੰਚ ਚੁੱਕੀਆਂ ਸਨ ਜਾਂ ਚਾਲੇ ਪਈਆਂ ਹੋਈਆਂ ਸਨ। ਫਿਰੋਜ਼ਪੁਰ ਛਾਉਣੀ ਦੇ ਲਾਗੇ ਚਾਗੇ, ਖਾਸ ਕਰਕੇ ਚਾਂਦਮਾਰੀ ਦੇ ਮੈਦਾਨ ਵਿੱਚ ਕਈ ਟੋਲੀਆਂ ਆ ਪਹੁੰਚੀਆਂ ਸਨ। ਇੱਥੋਂ ਦੀ ਕਮਾਨ ਇਸ ਵੇਲੇ ਕਰਤਾਰ ਸਿੰਘ ਸਰਾਭਾ ਸੰਭਾਲ ਰਿਹਾ ਸੀ, ਜਿਹੜਾ ਕਦੀ ਪੈਦਲ, ਕਦੇ ਸਾਈਕਲ ਸਵਾਰ ਹੋ ਕੇ ਤੇ ਕਦੀ ਕਿਸੇ ਟਾਂਗੇ ਬੰਬੂ ਕਾਟ ਵਿੱਚ ਬਹਿ ਕੇ ਥਾਂ ਥਾਈਂ ਫਿਰਦਾ ਹੋਇਆ ਸਾਰੇ ਹਾਲਾਤ ਦਾ ਜਾਇਜ਼ਾ ਲੈ ਰਿਹਾ ਸੀ। ਸੰਤ ਰਣਧੀਰ ਸਿੰਘ ਦੀ ਟੋਲੀ ਸਭਨਾਂ ਟੋਲੀਆਂ ਤੋਂ ਵੱਡੀ ਸੀ, ਜਿਹੜੀ ਸ਼ਬਦੀ ਜਥੇ ਦੇ ਰੂਪ ਵਿੱਚ ਢੋਲਕੀਆਂ ਛੈਣਿਆਂ ਨਾਲ ਕੀਰਤਨ ਕਰਦੀ ਹੋਈ ਬਿਨਾਂ ਰੋਕ ਟੋਕ ਫਿਰੋਜ਼ਪੁਰ ਪਹੁੰਚ ਗਈ। ਕਰਤਾਰ ਸਿੰਘ ਸਰਾਭਾ ਨੇ ਆਪਣੇ ਕੰਮ ਨੂੰ ਨੇਪਰੇ ਚਾੜਨ ਦਾ ਮੁਕੰਮਲ ਤੌਰ ਤੇ ਇੰਤਜ਼ਾਮ ਕਰ ਰੱਖਿਆ ਸੀ, ਜਿਸ ਅਨੁਸਾਰ ਰਾਤ ਦੇ ਠੀਕ 8 ਵਜੇ ਮੈਗਜ਼ੀਨ ਦੀਆਂ ਚਾਬੀਆਂ ਦਾ ਗੁੱਛਾ ਉਸ ਨੂੰ ਇੱਕ
ਖਾਸ ਫੌਜੀ ਆਦਮੀ ਰਾਹੀਂ ਇੱਕ ਖਾਸ ਠਿਕਾਣੇ ਪਹੁੰਚਾਇਆ ਜਾਣਾ ਸੀ। ਸੋ ਨਠੋ ਭੱਜੀ ਦੇ ਕੰਮ ਦੂਸਰੇ ਸਾਥੀਆਂ ਨੂੰ ਸੌਂਪ ਕੇ ਉਹ ਚਾਬੀਆਂ ਦੀ ਉਡੀਕ ਵਿੱਚ ਨਿਯਤ ਥਾਵੇਂ ਜਾ ਬੈਠਾ। ਉਸ ਨੂੰ ਕੁਝ ਹੋਰ ਸਿਪਾਹੀਆਂ ਦੀ ਵੀ ਉਡੀਕ ਸੀ, ਜਿਨ੍ਹਾਂ ਨੇ ਰਾਤੀ ਉਸ ਦੇ ਨਾਲ ਰਹਿ ਕੇ ਛਾਉਣੀ ਦੇ ਗੁਪਤ ਪ੍ਰਗਟ ਥਾਵਾਂ ਬਾਰੇ ਜਾਣਕਾਰੀ ਦੇਣੀ ਸੀ। ਕਾਫੀ ਚਿਰ ਦੀ ਉਡੀਕ ਤੋਂ ਬਾਅਦ ਜਦ ਉੱਥੇ ਕੋਈ ਨਾ ਪਹੁੰਚਿਆ ਤਾਂ ਸਰਾਬੇ ਨੂੰ ਖੁੜਕ ਗਈ ਕਿ ਭਾਵੇਂ ਕੋਈ ਗੋਲਮਾਲ ਹੋ ਗਿਆ ਹੈ, ਪਰ ਉਹ ਇਹ ਨਹੀਂ ਸੀ ਜਾਣਦਾ ਕਿ ਨਿਰਾ ਗੋਲਮਾਲ ਹੀ ਨਹੀਂ, ਪੱਠਾ ਹੀ ਬੈਠ ਚੁੱਕਾ ਸੀ। ਜਿਨ੍ਹਾਂ ਚਾਬੀ ਬਰਦਾਰਾਂ ਤੇ ਪਥ ਪ੍ਰਦਰਸ਼ਕਾਂ ਦੀ ਉਹ ਉਡੀਕ ਕਰ ਰਿਹਾ ਸੀ, ਉਹਨਾਂ ਨੂੰ ਕਈ ਘੰਟੇ ਪਹਿਲਾਂ ਹੀ ਅਫਸਰਾਂ ਨੇ ਐਸੇ ਨਾਟਕੀ ਢੰਗ ਨਾਲ ਤਬਦੀਲ ਕਰਕੇ ਦੂਰ ਦਰਾਜ਼ ਦੀ ਕਿਸੇ ਛਾਉਣੀ ਵਿੱਚ ਭੇਜ ਦਿੱਤਾ ਸੀ ਕਿ ਕੰਨੋ ਕੰਨ ਕਿਸੇ ਨੂੰ ਖਬਰ ਨਾ ਹੋਈ। ਨਿਰਾ ਉਹਨਾਂ ਨਾਲ ਹੀ ਨਹੀਂ, ਹਰ ਐਸੇ ਫੌਜੀ ਨਾਲ ਤੇ ਹਰ ਛਾਉਣੀ ਵਿੱਚ ਇਸੇ ਕਿਸਮ ਦਾ ਨਾਟਕ ਖੇਡਿਆ ਗਿਆ, ਪਰ ਬੜੇ ਹੀ ਸ਼ਾਂਤ ਤੇ ਪੁਰਅਮਨ ਢੰਗ ਨਾਲ। ਸ਼ਾਇਦ ਛਾਉਣੀਆਂ ਦੇ ਅੰਗਰੇਜ਼ ਅਫਸਰਾਂ ਨੂੰ ਉੱਪਰੋਂ ਇਹ ਹਦਾਇਤ ਸੀ ਤਾਂ ਜੋ ਗਦਰ ਪਾਰਟੀ ਦਾ ਸਫਾਇਆ ਕਰਨ ਤੋਂ ਪਹਿਲਾਂ ਕਿਸੇ ਕਿਸਮ ਦੀ ਕੋਈ ਅੜਚਣ ਨਾ ਪੈਦਾ ਹੋ ਜਾਵੇ। ਆਪਣੇ ਫੌਜੀ ਮਦਦਗਾਰਾਂ ਨੂੰ ਉਡੀਕਦਾ ਜਦ ਸਰਾਬਾ ਉਕਤਾ ਗਿਆ ਤਾਂ ਉਹ ਵਾਹੋ ਦਾ ਹੀ ਬਾਰਕਾਂ ਅੰਦਰ ਜਾ ਵੜਿਆ। ਭਾਵੇਂ ਕਿ ਉਸ ਵੇਲੇ ਕਿਸੇ ਬਾਹਰਲੇ ਆਦਮੀ ਦਾ ਅੰਦਰ ਦਾਖਲ ਹੋਣਾ ਮੌਤ ਨਾਲ ਛੇੜਖਾਨੀ ਕਰਨ ਵਾਲੀ ਗੱਲ ਸੀ, ਪਰ ਉੱਥੇ ਜਾ ਕੇ ਲੱਕ ਤੋੜਵੀਂ ਨਿਰਾਸ਼ਾ ਤੋਂ ਬਿਨਾਂ ਕੁਝ ਵੀ ਉਸ ਦੇ ਪੱਲੇ ਨਾ ਪਿਆ। ਇਨਕਲਾਬੀਆਂ ਵਿੱਚ ਇਤਨੇ ਭਿਆਨਕ ਕਿਸਮ ਦੀ ਹਫੜਾ ਦਫੜੀ ਮਚ ਗਈ ਕਿ ਕਿਸੇ ਨੂੰ ਵੀ ਕਿਸੇ ਬਾਰੇ ਕੁਝ ਸੋਝੀ ਨਾ ਰਹੀ। ਇੱਥੋਂ ਤੱਕ ਕਿ ਸੈਂਟਰ ਨੂੰ, ਜਿੱਥੇ ਰਾਸ ਬਿਹਾਰੀ ਬੋਸ ਮੌਜੂਦ ਸੀ, ਖਬਰ ਕਰਨ ਦਾ ਵੀ ਕਿਸੇ ਨੂੰ ਮੌਕਾ ਨਾ ਮਿਲ ਸਕਿਆ, ਜਦਕਿ ਹਰ ਕੋਈ ਜਾਣਦਾ ਸੀ ਕਿ ਦਾਦਾ ਦਾ ਫੜਿਆ ਜਾਣਾ ਪਾਰਟੀ ਦੇ ਕਫਨ ਵਿੱਚ ਆਖਰੀ ਕਿੱਲ ਠੁਕਣ ਬਰਾਬਰ ਹੋਵੇਗਾ। ਕਿੱਥੇ ਕਿੱਥੇ ਕੀ ਕੁਝ ਹੋ ਰਿਹਾ ਹੈ, ਕਿਸ ਨਾਲ ਕੀ ਬੀਤੀ, ਕੋਈ ਕੁਝ ਵੀ ਨਹੀਂ ਸੀ ਜਾਣਦਾ। ਪੁਲਿਸ ਦੀ ਨਜ਼ਰੋਂ ਬਚੇ ਬਹੁਤੇ ਗਦਰੀਆਂ ਨੇ ਪਨਾਹ ਲੈਣ ਦੇ ਖਿਆਲੋਂ ਪਿੰਡਾਂ ਵੱਲ ਰੁਖ ਕੀਤਾ, ਜਦਕਿ ਸ਼ਹਿਰਾਂ ਵਿੱਚ ਲੁਕਣ ਦੀ ਉਹਨਾਂ ਲਈ ਕੋਈ ਵਾਹ ਨਹੀਂ ਸੀ। ਪਰ ਪੁਲਿਸ ਵੀ ਪੈੜਾਂ ਲੱਭਦੀ ਹੋਈ ਪੇਂਡੂ ਇਲਾਕਿਆਂ ਉੱਤੇ ਟਿੱਡੀ ਦਲ ਵਾਂਗ ਛਾ ਗਈ। ਕਿਸੇ ਨੂੰ ਭੱਜੇ ਜਾਂਦੇ ਨੂੰ ਢਾਹ ਲਿਆ, ਕੋਈ ਗੋਲੀ ਦਾ ਨਿਸ਼ਾਨਾ ਬਣਿਆ, ਕੋਈ ਪੇਂਡੂਆਂ ਦੇ ਘਰੋਂ ਅੰਦਰੋਂ ਕੱਢਿਆ ਗਿਆ ਤੇ ਕਈਆਂ ਨੂੰ ਆਪਣੇ ਹੀ ਹਮਵਤਨਾਂ ਨੇ ਗ੍ਰਿਫਤਾਰ ਕਰਵਾਇਆ। ਪੁਲਿਸ ਵਹਿਸ਼ਤ ਦਾ ਇਹ ਹਾਲ ਸੀ ਕਿ ਜਿਸ ਬਾਰੇ ਇਤਨੀ ਵੀ ਸੂਹ ਮਿਲਦੀ ਕਿ ਪਾਰਟੀ ਦਾ ਕੋਈ ਮੈਂਬਰ ਉਸ ਪਾਸ ਆ ਕੇ ਠਹਿਰਿਆ ਜਾਂ ਕਿਸੇ ਨੇ ਪਾਣੀ ਦਾ ਘੁੱਟ ਵੀ ਕਿਸੇ ਇਨਕਲਾਬੀ ਨੂੰ ਪਿਲਾਇਆ, ਉਹਨਾਂ ਨੂੰ ਵੀ ਧਰ ਲਿਆ ਜਾਂਦਾ। ਮਿਲਟਰੀ ਵਾਲਿਆਂ ਉੱਤੇ ਤਾਂ ਸਖਤੀ ਦਾ ਔੜਕ ਬੰਨਾ ਹੀ ਕੋਈ ਨਾ ਰਿਹਾ। ਕੋਰਟ ਮਾਰਸ਼ਲ ਰਾਹੀਂ ਮੌਤ ਤੇ ਉਮਰ ਕੈਦ ਦੀਆਂ ਸਜ਼ਾਵਾਂ ਤਾਂ ਹੋਈਆਂ ਸੋ ਹੋਈਆਂ। ਜਿਨ੍ਹਾਂ ਪਲਟਨਾਂ ਦੇ ਸਿਪਾਹੀਆਂ ਬਾਰੇ ਗਦਰ ਪਾਰਟੀ ਨੂੰ ਜ਼ਿਆਦਾ ਮਿਲਵਰਤਣ ਦੀਆਂ ਰਿਪੋਰਟਾਂ ਮਿਲੀਆਂ, ਉਹਨਾਂ ਸਮੁੱਚੀਆਂ ਪਲਟਨਾਂ ਨੂੰ ਹੀ ਜਾਂ ਤਾਂ ਡਿਸਮਿਸ ਕਰ ਦਿੱਤਾ ਗਿਆ ਜਾਂ ਤੁਰਤ ਲੜਾਈ ਵਿੱਚ ਭੇਜ ਦਿੱਤੀਆਂ ਗਈਆਂ। ਜਿਨ੍ਹਾਂ ਪਲਟਨਾਂ ਬਾਰੇ ਮਾਮੂਲੀ ਕਾਰਵਾਈ ਦੀ ਵੀ ਇਤਲਾਹ ਮਿਲੀ, ਉਹਨਾਂ ਨੂੰ ਬਦਲ ਕੇ ਦੂਰ ਦਰਾਜ਼ ਸੁੱਟ ਦਿੱਤਾ ਗਿਆ। ਫਿਰੋਜ਼ਪੁਰ ਛਾਉਣੀ ਵਿੱਚ ਹੁੰਦਿਆਂ ਜਦ ਸਰਾਬੇ ਨੂੰ ਮਾਮਲੇ ਦਾ ਪਤਾ ਲੱਗਿਆ ਤਾਂ ਉਸਨੇ ਆ ਦੇਖਿਆ ਨਾ ਤਾਂ ਰਵਾ ਰਵੀ ਗੱਡੀ ਚੜ੍ਹ ਕੇ ਉਸ ਲਾਹੌਰ ਪਹੁੰਚਣ ਦੀ ਕੀਤੀ। ਉਸ ਨੂੰ ਜੇ ਕੋਈ ਸਭ ਤੋਂ ਭਾਰੀ ਚਿੰਤਾ ਇਸ ਵੇਲੇ ਪਰੇਸ਼ਾਨ ਕਰ ਰਹੀ ਸੀ ਤਾਂ ਦਾਦਾ ਬਾਰੇ, ਜਿਸ ਨੂੰ ਉਹ ਮੋਚੀ ਦਰਵਾਜ਼ੇ ਵਾਲੇ ਇੱਕ ਗੁਪਤ ਮਕਾਨ ਵਿੱਚ ਛੱਡ ਕੇ ਆਇਆ ਸੀ। ਰਾਹ ਵਿੱਚ ਕਿਤੇ ਵੀ ਨਾ ਅਟਕਦਾ ਹੋਇਆ ਜਦ ਸਰਾਬਾ ਸਿੱਧਾ ਮੋਚੀ ਦਰਵਾਜ਼ੇ ਵਾਲੇ ਮਕਾਨ ਪੁੱਜਾ ਤਾਂ ਉਸ ਦੇਖਿਆ ਬੜੀ ਉਦਾਸੀ ਦੀ ਹਾਲਤ ਵਿੱਚ ਦਾਦਾ ਮੰਜੇ ਤੇ ਇਉਂ ਲੇਟੇ ਸਨ ਜਿਵੇਂ ਕਿਤੇ ਜਾਣ ਦੀ ਤਿਆਰੀ ਵਿੱਚ ਹੋਣ। ਦਾਦਾ ਇਸ ਵੇਲੇ ਪੰਜਾਬੀ ਪਹਿਰਾਵੇ ਵਿੱਚ ਸੀ। ਤੇੜ ਬਰੀਕ ਮਲਮਲ ਦੀ ਚੌੜੀ ਕੰਨੀ ਵਾਲੀ ਧੋਤੀ, ਗਲ ਵਿੱਚ ਲਾਲਾ ਫੈਸ਼ਨ ਦੀ ਬੋਸਕੀ ਦੀ ਕਮੀਜ਼ ਤੇ ਉੱਤੇ ਸੇਠਾਂ ਵਾਲੀ ਗਰਮ ਅਚਕਨ ਜਿਸ ਦੇ ਬਟਨ ਖੁੱਲੇ ਸਨ, ਸ਼ਾਇਦ ਸਰੀਰ ਭਾਰਾ ਹੋਣ ਕਰਕੇ। ਸਿਰ ਤੇ ਉਹਨਾਂ ਦੇ ਸ਼ਮਲੇਦਾਰ ਪੱਗ ਬੰਨੀ ਹੋਈ ਸੀ। ਇਦਾਂ ਸਾਂਭ ਸਿੱਕਰ ਕੇ ਲੇਟੇ ਹੋਏ ਸਨ ਜਿਵੇਂ ਮੁਸਾਫਰਖਾਨੇ ਦੀ ਬੈਂਚ ਉੱਤੇ ਕੋਈ ਰੇਲ ਦਾ ਮੁਸਾਫਰ। ਇੱਥੋਂ ਤੱਕ ਕਿ ਬੂਟ ਵੀ ਉਹਨਾਂ ਪਹਿਨ ਰੱਖੇ ਸਨ, ਕੇਵਲ ਐਨਕ ਉਤਾਰ ਕੇ ਉਹਨਾਂ ਛਾਤੀ ਤੇ ਟਿਕਾਈ ਹੋਈ ਸੀ। ਸਰਾਬੇ ਦਾ ਅੰਗ ਅੰਗ ਇਸ ਵੇਲੇ ਨਿਰਾਸ਼ਾ ਤੇ ਥਕਾਵਟ ਨਾਲ ਭੰਨਿਆ ਹੋਇਆ ਸੀ। ਬਜਾਏ ਇਸ ਦੇ ਕਿ ਸਾਹਮਣੇ ਹੁੰਦਿਆਂ ਹੀ ਉਹ ਆਪਣੇ ਲੀਡਰ ਨੂੰ ਪਾਏ ਲਾਗੇ ਦਾਦਾ ਕਹਿੰਦਾ ਜਾਂ ਕੋਈ ਹੋਰ ਗੱਲ ਕਥ ਕਰਦਾ, ਨਾਲ ਦੀ ਖਾਲੀ ਮੰਜੀ ਉੱਤੇ ਫੈਲ ਗਿਆ। ਏਡੀ ਹਫੜਾ ਦਫੜੀ ਤੇ ਇਸ ਹੱਦ ਤੀਕ ਲੱਕ ਤੋੜਵੀਂ ਹਾਰ ਹੋ ਜਾਣ ਤੇ ਵੀ ਜੇ ਸਰਾਬੇ ਦਾ ਲੱਕ ਮੰਜੇ ਤੇ ਟਿਕ ਸਕਦਾ ਸੀ ਤਾਂ ਇਸ ਦੇ ਦੋ ਹੀ ਕਾਰਨ ਸਨ: ਜਵਾਨੀ ਦੀ ਉਮਰ ਜਾਂ ਆਪਣੇ ਲੀਡਰ ਦੇ ਸੁਰੱਖਿਅਤ ਹੋਣ ਦਾ ਸੰਤੋਖ। ਪਰ 10 ਮਿੰਟਾਂ ਤੋਂ ਵੱਧ ਉਹ ਲੇਟ ਨਾ ਸਕਿਆ ਜਦ ਉਸ ਨੂੰ ਸੁਣਾਈ ਦਿੱਤਾ, ਨੀਂਦ ਲੱਗ ਗਈ ਸ਼ਰਾਬਾ? ਨਹੀਂ ਦਾਦਾ, ਉੱਠ ਬੈਠ ਗਿਆ, ਐਸੇ ਹੀ ਜ਼ਰਾ तो उठो, कह के दादा ने उसका वाक कट दिता। तुम्हारा ही इंतजार कर रहा था, अगर तुम भी पकड़े जाते तो ना जाने कैसे बनता। सराबे ने तकिया,
दादा बूटा ਦੇ ਤਸਮੇ बन रहा ਸੀ। कहाँ चलना है दादा? यहाँ पर बात करने का वक्त नहीं है, रास्ते में करेंगे। दादा पग ਦਾ ਸ਼ਮਲਾ ਸਵਾਰਦਾ ਹੋਇਆ ਕਹਿ ਰਿਹਾ ਸੀ। ਸਰਾਭਾ ਉੱਠ ਖੜੋਤਾ। ਉਸਨੇ ਤਾਂ ਅਜੇ ਬੜਾ ਕੁਝ ਕਹਿਣਾ ਪੁੱਛਣਾ ਸੀ, ਪਰ ਉਧਰ ਦਾਦਾ ਉਸ ਨੂੰ ਇਉਂ ਸਭ ਕਾਸੇ ਤੋਂ ਬੇਪਰਵਾਹ ਦਿਖਾਈ ਦੇ ਰਿਹਾ ਸੀ, ਜਿਵੇਂ ਕਿਤੇ ਕੁਝ ਹੋਇਆ ਹੀ ਨਹੀਂ, ਜਿਹੜਾ ਇਸ ਵੇਲੇ ਸਹਿਜ ਭਾਅ ਨਾਲ ਅਚਕਨ ਦੇ ਬਟਨ ਮੇਰ ਰਿਹਾ ਸੀ। ਕਹਾਂ ਚੱਲਣਾ ਹੋਗਾ ਦਾਦਾ? ਦੁਬਾਰਾ ਪੁੱਛਣ ਵੇਲੇ ਸਰਾਭਾ ਸੋਚ ਰਿਹਾ ਸੀ ਕਿ ਸ਼ਾਇਦ ਅਜੇ ਤੱਕ ਦਾਦਾ ਨੂੰ ਇਸ ਹੋਣੀ ਦਾ ਪਤਾ ਨਹੀਂ ਸੀ ਲੱਗ ਸਕਿਆ। ਬਨਾਰਸ ਜਾਊਂਗਾ। ਦਾਦਾ ਨੇ ਪੌੜੀਆਂ ਵੱਲ ਵਧਣਾ ਸ਼ੁਰੂ ਕੀਤਾ। ਸੜਕ ਪਰ ਜਾकर टांगा पकड़ो। बनारस? सराबे ने अगलवांडे होके पौड़ियां उतरद्या पूछा। ऐसे वक्त में दादा? क्या अभी तक आपने कुछ नहीं सुना? शब्द सुन चुका। जल्दी से टांगा पकड़ो, गाड़ी जाने में बहुत कम वक्त है। मकान चों निकलण तो लैके टांगे विच सवार होण तੀਕ मुड़ सराबे ने कोई सवाल नहीं किया, पर ਸਵਾਰ ਹੋਣ ਤੋਂ ਬਾਅਦ ਜਿਉਂ-ਜਿਉਂ ਤਾਂਗਾ ਸਟੇਸ਼ਨ ਵੱਲ ਜਾਈ ਗਿਆ, ਦਾਦਾ ਦੀ ਜ਼ੁਬਾਨ ਵਿੱਚ ਤੇਜ਼ੀ ਆਉਂਦੀ ਗਈ, ਜਿਹੜੀ ਸਾਰੇ ਰਾਹ ਬੰਦ ਨਹੀਂ ਸੀ ਹੋਈ। ਇਸ ਵੇਲੇ ਉਹ ਅੰਗਰੇਜ਼ੀ ਬੋਲ ਰਿਹਾ ਸੀ, ਸ਼ਾਇਦ ਕੋਚਵਾਨ ਦੇ ਡਰੋਂ। ਮੋਚੀ ਦਰਵਾਜ਼ੇ ਤੋਂ ਲੈ ਕੇ ਸਟੇਸ਼ਨ ਪਹੁੰਚਦਿਆਂ ਤੀਕ ਦਾਦਾ ਬੋਲੀ ਗਿਆ ਤੇ ਹੁੰਗਾਰਾ ਭਰਦਾ ਹੋਇਆ ਸਰਾਭਾ ਸੁਣੀ ਗਿਆ। ਕਿਹਾ ਨਹੀਂ ਸੀ ਜਾ ਸਕਦਾ ਕਿ ਗੱਡੀ ਟੁਰਦਿਆਂ ਤੱਕ ਵੀ ਦਾਦਾ ਦਾ ਲੈਕਚਰ ਖਤਮ ਹੋਇਆ ਕਿ ਨਾ।